ਸਾਧ ਸੰਗਤ ਜੀ, ਅੱਜ ਆਪਾਂ ਸੰਸਕਾਰਾਂ ਬਾਰੇ ਗੱਲ ਕਰਾਂਗੇ ਕਿ ਸੰਸਕਾਰ ਕਿਸ ਨੂੰ ਕਹਿੰਦੇ ਹਨ, ਸੰਸਕਾਰ ਕੀ ਹੁੰਦੇ ਹਨ ਤੇ ਇਸ ਦਾ ਮਹੱਤਵ ਕੀ ਹੈ। ਸਾਧ ਸੰਗਤ ਜੀ, ਜੋ ਸੰਸਕਾਰ ਹੁੰਦੇ ਨੇ, ਸੰਸਕਾਰ ਗੁਣਾਂ ਨੂੰ ਕਿਹਾ ਜਾਂਦਾ ਹੈ, ਇੱਛਾਈ ਨੂੰ ਕਿਹਾ ਜਾਂਦਾ ਹੈ। ਹਰ ਇਨਸਾਨ ਦੇ ਅੰਦਰ, ਬੱਚੇ ਦੇ ਅੰਦਰ ਸੰਸਕਾਰ ਦਾ ਹੋਣਾ ਬਹੁਤ ਜ਼ਰੂਰੀ ਹੈ। ਕਿ ਉਹ ਬੱਚੇ ਆਪਣੇ ਜੀਵਨ ਨੂੰ ਸਹੀ ਤਰੀਕੇ ਦੇ ਨਾਲ ਚਲਾ ਸਕਣ, ਇੱਕ ਮਜ਼ਬੂਤੀ ਬਣਾ ਸਕਣ, ਇੱਕ ਮਜ਼ਬੂਤ ਨੀਂਹ ਤਿਆਰ ਕਰ ਸਕਣ। ਜੋ ਸੰਸਕਾਰ ਨੇ ਕੁਝ ਮਾਤਾ ਪਿਤਾ ਆਪਣੇ ਬੱਚਿਆਂ ਤੋਂ ਬਹੁਤ ਪਰੇਸ਼ਾਨ ਹੁੰਦੇ ਹਨ ਕਿ ਬੱਚੇ ਸ਼ਰਾਬ ਪੀਣ ਲੱਗ ਜਾਂਦੇ ਹਨ, ਕੁਝ ਗਲਤ ਕੰਮਾਂ 'ਚ ਪੈ ਜਾਂਦੇ ਹਨ ਕਿ ਆਪਣੇ ਮਾਤਾ ਪਿਤਾ ਦੀ ਗੱਲ ਨਹੀਂ ਮੰਨਣੀ। ਤੇ ਸਾਧ ਸੰਗਤ ਜੀ, ਇਹ ਕਿਉਂ ਹੁੰਦਾ ਹੈ? ਇਹ ਇਸ ਕਾਰਨ ਹੁੰਦਾ ਹੈ ਕਿ ਬੱਚੇ ਅੰਦਰ ਸੰਸਕਾਰਾਂ ਦੀ ਕਮੀ ਹੁੰਦੀ ਹੈ। ਇਸੇ ਲਈ ਇਹ ਸਭ ਚੀਜ਼ਾਂ ਹੁੰਦੀਆਂ ਨੇ ਕਿ ਬੱਚਾ ਗਲਤ ਕੰਮਾਂ 'ਚ ਪੈਣਾ, ਬੱਚਾ ਕਿਸੇ ਗੱਲ ਨੂੰ ਮੰਨਣਾ ਨਾ, ਗਲਤ ਸੰਗਤ 'ਚ ਪੈ ਜਾਣਾ, ਇਹ ਸਾਰੀ ਸੰਸਕਾਰਾਂ 'ਤੇ ਡਿਪੈਂਡ ਕਰਦਾ ਹੈ। ਬੱਚਾ ਸਕੂਲ ਜਾਂਦਾ ਹੈ, ਸਕੂਲ ਤੋਂ ਉਸਨੂੰ ਦੁਨਿਆਵੀ ਜੋ ਚੀਜ਼ਾਂ ਨੇ ਸੰਸਾਰਿਕ, ਉਸ ਦੇ ਬਾਰੇ ਨੌਲੇਜ ਦਿੱਤੀ ਜਾਂਦੀ ਹੈ। ਜਨਰਲ ਨੌਲੇਜ ਦਿੱਤੀ ਜਾਂਦੀ ਹੈ ਤੇ ਜੋ ਸੰਸਕਾਰ ਨੇ ਉਹ ਬੱਚੇ ਨੂੰ ਹਮੇਸ਼ਾ ਆਪਣੇ ਮਾਤਾ ਪਿਤਾ ਤੋਂ ਤੇ ਬਜ਼ੁਰਗਾਂ ਤੋਂ ਮਿਲਦੇ ਹਨ। ਯਾਨੀ ਕਹਿਣ ਦਾ ਮਤਲਬ ਸੰਸਕਾਰ ਉਸ ਨੂੰ ਘਰੋਂ ਮਿਲਦੇ ਹਨ, ਸਕੂਲੋਂ ਨਹੀਂ। ਤੇ ਇਸੇ ਲਈ ਸਾਧ ਸੰਗਤ ਜੀ ਕਹਿੰਦੇ ਨੇ ਕਿ ਘਰ ਦੇ ਵਿੱਚ ਸਿਆਣੇ ਬੰਦੇ ਦਾ ਹੋਣਾ ਬਹੁਤ ਜ਼ਰੂਰੀ ਹੈ। ਘਰ ਦੇ ਵਿੱਚ ਜਿੰਨੇ ਮਰਜ਼ੀ ਪੜ੍ਹੇ ਲਿਖੇ ਹੋਣ, ਬਹੁਤ ਜ਼ਿਆਦਾ, ਪਰ ਫਿਰ ਵੀ ਇੱਕ ਸਿਆਣੇ ਬਜ਼ੁਰਗ ਬੰਦੇ ਦੀ ਕਿਉਂ ਜ਼ਰੂਰਤ ਹੁੰਦੀ ਹੈ? ਉਹ ਇਸ ਲਈ ਜ਼ਰੂਰਤ ਹੁੰਦੀ ਹੈ ਕਿ ਉਸ ਸਿਆਣੇ ਬਜ਼ੁਰਗ ਦੇ ਕੋਲ ਸੰਸਕਾਰ ਨੇ, ਸੰਸਕਾਰਾਂ ਦੀ ਪੰਡ ਹੈ ਉਸ ਬਜ਼ੁਰਗ ਇਨਸਾਨ ਦੇ ਕੋਲ, ਉਸ ਦੇ ਅੰਦਰ ਗੁਣ ਨੇ। ਉਹ ਜੋ ਸੰਸਕਾਰ ਅਸੀਂ ਆਪਣੇ ਬਜ਼ੁਰਗਾਂ ਕੋਲੋਂ ਲੈ ਕੇ ਅਸੀਂ ਆਪਣੇ ਜੀਵਨ ਨੂੰ ਸੁਧਾਰ ਸਕਦੇ ਹਾਂ।
ਜਿਸ ਬੱਚੇ ਦੇ ਅੰਦਰ ਸੰਸਕਾਰ ਹੋਣਗੇ ਉਸ ਸੰਸਕਾਰ ਦੀ ਵਜ੍ਹਾ ਦੇ ਨਾਲ ਉਹ ਕਿਸੇ ਵੀ ਮੁਕਾਮ ਤੱਕ ਪਹੁੰਚ ਸਕਦਾ ਹੈ। ਜੋ ਕਿਸੇ ਮੁਕਾਮ ਤੱਕ ਪਹੁੰਚਿਆ ਹੈ ਉਹ ਸੰਸਕਾਰਾਂ ਤੋਂ ਬਗੈਰ ਉਸ ਮੁਕਾਮ ਤੋਂ ਗਿਰ ਸਕਦਾ ਹੈ। ਸੰਸਕਾਰ ਦਾ ਹੋਣਾ ਸਾਧ ਸੰਗਤ ਜੀ ਬਹੁਤ ਹੀ ਬੱਚਿਆਂ ਦੇ ਵਿੱਚ ਬਹੁਤ ਹੀ ਜ਼ਰੂਰੀ ਹੈ, ਕਿਉਂਕਿ ਅੱਜ ਕੱਲ੍ਹ ਸੁਣਨ ਨੂੰ ਸਾਡੇ ਕੋਲ ਵੀ ਕਾਫੀ ਸੇਵਾਦਾਰ ਆਉਂਦੇ ਹਨ। ਉਹਨਾਂ ਦੀ ਇੱਕ ਹੀ ਚੀਜ਼ ਇਹ ਬਹੁਤ ਹੀ ਦੇਖੇਗੀ ਪ੍ਰੋਬਲਮ ਕਿ ਬੱਚੇ ਮਤਲਬ ਗਲਤ ਸੰਗਤ 'ਚ ਪੈ ਜਾਂਦੇ ਹਨ, ਬੱਚੇ ਗੱਲ ਨਹੀਂ ਸੁਣਦੇ ਅਤੇ ਇਹ ਚੀਜ਼ਾਂ ਬਹੁਤ ਉਹਨਾਂ ਨੂੰ ਦੁਖੀ ਕਰਦੀਆਂ ਹਨ। ਅਤੇ ਫਰਕ ਬਸ ਸਾਧ ਸੰਗਤ ਜੀ ਇਸੀ ਗੱਲ ਦਾ ਰਹਿ ਜਾਂਦਾ ਹੈ ਕਿ ਅਸੀਂ ਸਾਰੇ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਹਨ, ਉਹਨਾਂ ਨੂੰ ਬਹੁਤ ਹੀ ਲਾਡਾਂ ਦੇ ਨਾਲ ਪਾਲਿਆ ਜਾਂਦਾ ਹੈ, ਅਤੇ ਕਮੀ ਬਸ ਇੱਕ ਚੀਜ਼ ਦੀ ਰਹਿ ਜਾਂਦੀ ਕਿ ਉਹਨਾਂ ਅੰਦਰ ਸੰਸਕਾਰਾਂ ਦੀ ਕਮੀ ਰਹਿ ਜਾਂਦੀ। ਸਾਧ ਸੰਗਤ ਜੀ ਅਸੀਂ ਬੱਚਿਆਂ ਨੂੰ ਕਹਿੰਦੇ ਹਾਂ ਤੁਸੀਂ ਪੜ੍ਹੋ ਪੜ੍ਹੋ ਪੜ੍ਹੋ, ਤੁਸੀਂ ਬੇਟੇ ਇਹ ਮਤਲਬ ਇਹ ਪੜ੍ਹੋ, ਤੁਸੀਂ ਅਗਲੀ ਕਲਾਸ ਕਰੋ ਅਗਲੀ ਕਰੋ। ਅਸੀਂ ਬੱਚਿਆਂ ਨੂੰ ਪੜ੍ਹਾਉਂਦੇ ਜਾਂਦੇ ਬਹੁਤ ਜ਼ਿਆਦਾ ਸਮਝੀ ਗੱਲ ਨੂੰ, ਪਰ ਇਸ ਗੱਲ ਵੱਲ ਅਸੀਂ ਧਿਆਨ ਹੀ ਨਹੀਂ ਦਿੰਦੇ ਕਿ ਬੱਚੇ ਦੇ ਸੰਸਕਾਰ ਵੀ ਬੱਚੇ ਦੇ ਅੰਦਰ ਹੋਣੇ ਬਹੁਤ ਜ਼ਰੂਰੀ ਹਨ, ਜੋ ਕਿ ਸਕੂਲ ਤੋਂ ਨਹੀਂ ਮਿਲਣੇ, ਅਸੀਂ ਖੁਦ ਦੇਣੇ ਹੈ, ਬਜ਼ੁਰਗਾਂ ਕੋਲੋਂ ਮਿਲਣੇ ਹਨ। ਅਸੀਂ ਸੰਸਕਾਰਾਂ ਵੱਲ ਵੀ ਸਾਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਜੋ ਬੱਚਾ ਸਟੱਡੀ ਕਰ ਰਿਹਾ ਪੜ੍ਹਾਈ ਕਰ ਰਿਹਾ ਹੈ ਅਤੇ ਉਹਦੇ ਨਾਲ ਉਸਨੂੰ ਸੰਸਕਾਰ ਵੀ ਮਿਲ ਰਹੇ ਹਨ ਕਿ ਅੱਗੋਂ ਜਾ ਕੇ ਬੱਚਾ ਫਿਰ ਸੰਸਕਾਰੀ ਬਣ ਸਕੇ, ਗਲਤ ਔਰ ਸਹੀ ਦੀ ਸਹੀ ਔਰ ਗਲਤ ਨੂੰ ਜਾਣ ਸਕੇ ਕਿ ਕੀ ਗਲਤ ਹੈ ਔਰ ਕੀ ਸਹੀ ਹੈ। ਤੇ ਸਾਧ ਸੰਗਤ ਜੀ ਇੱਕ ਸੰਸਕਾਰ ਜੋ ਹੈ ਉਹ ਸਾਰੇ ਬੱਚਿਆਂ 'ਚ ਹੋਣਾ ਬਹੁਤ ਜ਼ਰੂਰੀ ਹੈ। ਸੰਸਕਾਰ ਕਿਸ ਨੂੰ ਕਹਿੰਦੇ ਹਨ? ਗੁਣਾਂ ਨੂੰ ਕਹਿੰਦੇ, ਛਾਈ ਨੂੰ ਕਹਿੰਦੇ ਹਨ। ਅਤੇ ਬੱਚਿਆਂ ਨੂੰ ਸਾਨੂੰ ਕੀ ਕਹਿਣਾ ਚਾਹੀਦਾ ਹੈ? ਇੱਕ ਗੱਲ ਜ਼ਰੂਰ ਕਹਿਣੀ ਚਾਹੀਦੀ ਹੈ ਕਿ ਆਪਾਂ ਸਵੇਰੇ ਉੱਠ ਕੇ ਨਹਾ ਧੋ ਕੇ ਮੱਥਾ ਟੇਕਦੇ ਹਾਂ, ਅਤੇ ਆਪਾਂ ਨੂੰ ਬੱਚਿਆਂ ਨੂੰ ਵੀ ਕਹਿਣਾ ਚਾਹੀਦਾ ਹੈ ਕਿ ਸਵੇਰੇ ਉੱਠ ਕੇ ਆਪਣਾ ਗੁਰਬਾਣੀ ਦਾ ਪਾਠ ਜ਼ਰੂਰ ਕਰੋ, ਪਾਠ ਕਰਕੇ ਮੱਥਾ ਟੇਕ ਕੇ ਸਕੂਲ ਜਾਓ। ਆਪਾਂ ਚਾਹੇ ਸਕੂਲ ਜਾਂਦੇ ਹਾਂ ਚਾਹੇ ਕਾਲਜ ਜਾਂਦੇ ਹਾਂ, ਜਿੱਥੇ ਵੀ ਆਪਾਂ ਸਟੱਡੀ ਕਰ ਰਹੇ ਹਾਂ, ਬੱਚੇ ਨੂੰ ਸ਼ੁਰੂ ਤੋਂ ਸਟਾਰਟਿੰਗ ਤੋਂ ਬੱਚਾ ਜਦੋਂ ਛੋਟਾ ਹੋਏ ਉਦੋਂ ਤੋਂ ਹੀ ਇਹ ਬੱਚੇ ਦੀ ਰੂਟੀਨ ਜ਼ਰੂਰ ਬਣਾਉਣੀ ਚਾਹੀਦੀ ਹੈ। ਸੰਸਕਾਰ ਇੱਥੋਂ ਮਿਲਦੇ ਹਨ। ਸੰਸਕਾਰ ਮਾਤਾ ਪਿਤਾ ਤੋਂ, ਬਜ਼ੁਰਗਾਂ ਤੋਂ ਔਰ ਸਤਿਗੁਰੂ ਦੀ ਬਾਣੀ ਤੋਂ ਮਿਲਦੇ ਹਨ। ਬਾਣੀ ਅੰਦਰ ਸਾਨੂੰ ਕੀ ਦੱਸਿਆ ਜਾਂਦਾ ਹੈ? ਬਾਣੀ ਅੰਦਰ ਇਹ ਦੱਸਿਆ ਜਾਂਦਾ ਹੈ ਕਿ ਅਸੀਂ ਆਪਣੇ ਜੀਵਨ ਨੂੰ ਕਿਸ ਤਰ੍ਹਾਂ ਚਲਾਉਣਾ ਹੈ, ਗੁਣ ਕੀ ਹੁੰਦੇ ਹਨ, ਅਸੀਂ ਆਪਣੇ ਮਾਤਾ ਪਿਤਾ ਦੀ ਰਿਸਪੈਕਟ ਕਰਨੀ ਹੈ, ਕਿਸ ਤਰ੍ਹਾਂ ਰਿਸਪੈਕਟ ਕਰਨੀ ਹੈ, ਅਸੀਂ ਵੱਡਿਆਂ ਦਾ ਕਿੱਦਾਂ ਆਦਰ ਮਾਣ ਕਰਨਾ ਹੈ। ਅਤੇ ਜੋ ਬੱਚਾ ਜਦੋਂ ਫਿਰ ਸਤਿਗੁਰੂ ਦੀ ਬਾਣੀ ਨੂੰ ਪੜ੍ਹਦਾ ਹੈ ਅਤੇ ਉਸ ਦੇ ਅੰਦਰ ਫਿਰ ਆਟੋਮੈਟਿਕਲੀ ਉਹ ਗੁਣ ਆ ਜਾਂਦੇ ਹਨ, ਅਤੇ ਇਸ ਨੂੰ ਹੀ ਸੰਸਕਾਰ ਕਿਹਾ ਜਾਂਦਾ ਹੈ। ਫਿਰ ਉਹ ਬੱਚਾ ਗਲਤ ਕੰਮਾਂ ਵੱਲ ਜਾ ਹੀ ਨਹੀਂ ਸਕਦਾ। ਤੇ ਉਸ ਗਲੀ ਵਿੱਚੋਂ ਅਗਰ ਗੁਜ਼ਰੇਗਾ ਵੀ ਉਸ ਦਾ ਉੱਥੇ ਦਮ ਘੁੱਟੇਗਾ, ਉਹ ਉੱਥੇ ਰਹਿ ਹੀ ਨਹੀਂ ਪਾਏਗਾ। ਸਾਧ ਸੰਗਤ ਜੀ, ਉਹ ਉਸ ਦੇ ਅੰਦਰ ਇੰਨੀ ਸਮਰੱਥਾ ਔਰ ਪਾਵਰ ਆ ਜਾਏਗੀ ਕਿ ਉਹ ਉੱਥੋਂ ਆਟੋਮੈਟਿਕਲੀ ਸਤਿਗੁਰੂ ਦੀ ਕਿਰਪਾ ਦੇ ਨਾਲ ਬਾਹਰ ਨਿਕਲ ਆਏਗਾ। ਤੇ ਇਸੇ ਕਰਕੇ ਸਾਧ ਸੰਗਤ ਜੀ ਤੁਹਾਨੂੰ ਸਭ ਨੂੰ
ਇਹ ਗੱਲ ਬਾਰ-ਬਾਰ ਅਸੀਂ ਸਤਸੰਗ ਦੇ ਵਿੱਚ ਸਮਝਾਉਂਦੇ ਹਾਂ ਕਿ ਬੱਚਿਆਂ ਨੂੰ ਤੁਸੀਂ ਸਤਸੰਗ ਵਿੱਚ ਗੁਰਦੁਆਰੇ ਮੰਦਰ ਜਾਂਦੇ ਹੋ ਤੇ ਬੱਚਿਆਂ ਨੂੰ ਜ਼ਰੂਰ ਲੈ ਕੇ ਜਾਓ, ਕਿਉਂਕਿ ਬਹੁਤ ਮਾਤਾ ਪਿਤਾ ਨੂੰ ਦੇਖਿਆ ਇਹ ਕਰਦੇ ਕਿ ਜਦੋਂ ਵੀ ਸਤਸੰਗ 'ਤੇ ਆਪਾਂ ਜਾਣਾ ਹੈ, ਕੀਰਤਨ 'ਤੇ ਜਾਣਾ ਹੈ, ਅਤੇ ਅਸੀਂ ਬੱਚਿਆਂ ਨੂੰ ਇਹ ਕਹਿੰਦੇ ਹਾਂ ਵੀ ਤੁਸੀਂ ਬੱਚਿਆਂ ਨੇ ਕੀ ਕਰਨਾ ਉੱਥੇ, ਆਪਾਂ ਜਾ ਜਾਂਦੇ ਜਿਹੜੇ ਮਤਲਬ ਥੋੜ੍ਹੀ ਦੇਰ ਜਾਣਾ ਵਾ ਬੈਠ ਕੇ ਆ ਜਾਂਦੇ ਹਾਂ। ਇੱਥੇ ਆਪਣੇ 'ਚ ਬਹੁਤ ਜ਼ਿਆਦਾ ਵੱਡੀ ਕਮੀ ਹੋ ਜਾਂਦੀ ਹੈ। ਜਿੱਥੇ ਵੀ ਕੀਰਤਨ ਸਤਸੰਗ 'ਤੇ ਤੁਸੀਂ ਜਾਣਾ ਹੈ ਅਤੇ ਬੱਚਿਆਂ ਨੂੰ ਨਾਲ ਲੈ ਕੇ ਜਾਓ, ਬੱਚਿਆਂ ਨੂੰ ਬੱਚਿਆਂ ਦੀ ਆਦਤ ਬਣੇ ਸ਼ਬਦ ਕੀਰਤਨ ਨੂੰ ਸੁਣਨ ਦੀ। ਅਗਰ ਉਹਨਾਂ ਦੀ ਅਸੀਂ ਸ਼ੁਰੂ ਤੋਂ ਆਦਤ ਪਾਵਾਂਗੇ ਤਾਂ ਉਹਨਾਂ ਦੀ ਆਦਤ ਬਣੇਗੀ। ਸਮਝਦੇ ਕੰਮ ਤਾਂ ਹੀ ਉਹਨਾਂ ਦੀ ਆਦਤ ਬਣੇਗੀ। ਅਗਰ ਉਹਨਾਂ ਦੀ ਸਤਸੰਗ ਸ਼ਬਦ ਗੁਰਬਾਣੀ ਸੁਣਨ ਦੀ ਆਦਤ ਬਣੇਗੀ ਤਾਂ ਹੀ ਤਾਂ ਉਹਨਾਂ ਅੰਦਰ ਸੰਸਕਾਰ ਆਉਣਗੇ। ਅਗਰ ਸੰਸਕਾਰ ਆਉਣਗੇ ਤੇ ਤਾਂ ਹੀ ਉਹ ਵੱਡੇ ਹੋ ਕੇ ਸਾਨੂੰ ਪੁੱਛਣਗੇ, ਸਾਡਾ ਧਿਆਨ ਰੱਖਣਗੇ, ਖਿਆਲ ਰੱਖਣਗੇ। ਆਪਾਂ ਖੁਦ ਇਕੱਲੇ ਹੀ ਸਤਸੰਗ 'ਤੇ ਚਲੇ ਜਾਂਦੇ ਹਾਂ, ਪਰ ਇਹ ਨਹੀਂ ਸੋਚਦੇ ਕਿ ਜਿਨ੍ਹਾਂ ਨੂੰ ਅਸੀਂ ਘਰ ਬਿਠਾ ਦਿੱਤਾ ਹੈ, ਕੱਲ੍ਹ ਨੂੰ ਉਹਨਾਂ ਨੇ ਹੀ ਸਾਨੂੰ ਦੇਖਣਾ ਹੈ, ਸਾਡਾ ਧਿਆਨ ਰੱਖਣਾ ਹੈ, ਸਾਡਾ ਖਿਆਲ ਰੱਖਣਾ ਹੈ, ਸਾਡੀ ਸਿਹਤ ਦਾ ਖਿਆਲ ਰੱਖਣਾ ਹੈ। ਹਾਂਜੀ ਹਾਲ ਨੂੰ ਸਤਸੰਗ ਜੀ ਬਹੁਤ ਹੀ ਇਹ ਸੋਚ ਵਿਚਾਰ ਕਰਨ ਵਾਲੀ ਗੱਲ ਹੈ। ਇਹ ਬਹੁਤ ਹੀ ਮਾਤਾ ਪਿਤਾ 'ਚ ਇਹ ਗੱਲ ਦੇਖੀ ਗਈ ਹੈ ਤੇ ਤਕਰੀਬਨ ਸਾਰੇ ਹੀ ਮਾਤਾ ਪਿਤਾ ਇੱਦਾਂ ਕਰਦੇ ਹਨ। ਜਿਨ੍ਹਾਂ ਨੇ ਸਾਨੂੰ ਬਜ਼ੁਰਗ ਹੋ ਕੇ ਸਾਨੂੰ ਦੇਖਣਾ ਹੈ, ਸਾਨੂੰ ਸੰਭਾਲਣਾ ਹੈ, ਸਾਡੀ ਦੇਖਭਾਲ ਕਰਨੀ ਹੈ, ਅਸੀਂ ਉਹਨਾਂ ਨੂੰ ਹੀ ਸਤਸੰਗ ਵਿੱਚ ਨਹੀਂ ਲੈ ਕੇ ਜਾਂਦੇ। ਅਗਰ ਅਸੀਂ ਸਤਸੰਗ ਦੇ ਵਿੱਚ ਲੈ ਕੇ ਜਾਵਾਂਗੇ, ਅਗਰ ਉਹਨਾਂ ਦੇ ਵਿੱਚ ਗੁਣ ਹੋਣਗੇ ਮਾਤਾ ਪਿਤਾ ਦੀ ਸੇਵਾ ਕਰਨ ਦੇ, ਤਾਂ ਹੀ ਤਾਂ ਕਰਨਗੇ। ਅਗਰ ਉਹਨਾਂ ਦੇ ਵਿੱਚ ਇਹ ਗੁਣ ਹੀ ਨਹੀਂ ਹੋਣਗੇ ਤੇ ਫਿਰ ਸਾਧ ਸੰਗਤ ਜੀ, ਇਹ ਤੁਸੀਂ ਵੀ ਦੇਖਿਆ ਹੈ, ਅਸੀਂ ਵੀ ਦੇਖਿਆ ਹੈ, ਬਹੁਤ ਹੀ ਬਜ਼ੁਰਗਾਂ ਨੂੰ ਰੁਲਦੇ ਕਿ ਉਹਨਾਂ ਦੇ ਬੱਚੇ ਉਹਨਾਂ ਨੂੰ ਪੁੱਛਦੇ ਨਹੀਂ। ਉਹਦੀ ਕੀ ਕਾਰਨ ਹੋ ਜਾਂਦਾ ਹੈ ਕਿ ਉਹ ਬੱਚਿਆਂ ਦੇ ਅੰਦਰ ਸਤਿਗੁਰ ਦੀ ਬਾਣੀ ਦੇ ਗੁਣਾਂ ਦੀ ਕਮੀ ਰਹਿ ਜਾਂਦੀ ਹੈ, ਸੰਸਕਾਰਾਂ ਦੀ ਕਮੀ ਰਹਿ ਜਾਂਦੀ ਹੈ। ਤੇ ਇਸੇ ਲਈ ਸਭ ਸੰਗਤ ਨੂੰ ਅਸੀਂ ਬਾਰ-ਬਾਰ ਇਹ ਚੀਜ਼ ਕਹਿੰਦੇ ਹਾਂ, ਅਗਰ ਤੁਸੀਂ ਸਤਸੰਗ ਤੇ ਗੁਰਬਾਣੀ ਕੀਰਤਨ ਤੇ ਜਾਂਦੇ ਹੋ ਤੇ ਬੱਚਿਆਂ ਨੂੰ ਜ਼ਰੂਰ ਲੈ ਕੇ ਜਾਓ। ਇਹ ਨਾ ਕਦੇ ਸੋਚੋ ਬੱਚਾ ਛੋਟਾ ਹੈ, ਬੱਚਾ ਵੱਡਾ ਹੈ। ਬੱਚਿਆਂ ਨੂੰ ਜ਼ਰੂਰ ਲੈ ਕੇ ਜਾਓ। ਬੱਚਿਆਂ ਜਿਸ ਤਰ੍ਹਾਂ ਆਪਾਂ ਬੱਚੇ ਨੂੰ ਸਕੂਲ ਕਿਤੇ, ਬੱਚਾ ਜਦੋਂ ਛੋਟਾ ਹੁੰਦਾ ਹੈ ਅਸੀਂ ਬਹੁਤ ਸੋਚਦੇ ਹਾਂ ਨਹੀਂ ਕੋਈ ਅੱਛਾ ਸਕੂਲ ਦੇਖੀਏ, ਬੱਚੇ ਦਾ ਬੇਸ ਬਣਨਾ ਹੈ, ਯਾਨੀ ਕਿ ਬੱਚੇ ਨਾਲ ਸਟਾਰਟਿੰਗ ਕਰਨੀ ਹੈ, ਉਹਦਾ ਬੇਸ ਅੱਛਾ ਬਣੇ। ਹਾਂਜੀ ਆਨੋ ਇੱਕ ਅੱਛੇ ਸਕੂਲ ਪਏ, ਕਿਉਂਕਿ ਹਲੇ ਉਹਨੇ ਤਿਆਰ ਹੋਣਾ, ਬੱਚੇ ਨੇ ਉਹਨੂੰ ਜੋ ਨੌਲੇਜ ਮਿਲਣੀ ਹਲੇ ਉਹਨੇ ਤਿਆਰ ਹੋਣਾ, ਉਹਦਾ ਅੱਛਾ ਬੇਸ ਬਣ ਜੇ। ਤੇ ਸਾਧ ਸੰਗਤ ਜੀ ਉਸਦੇ ਨਾਲ ਇਹ ਸੋਚ ਵਿਚਾਰ ਵੀ ਕਰਨੀ ਜ਼ਰੂਰੀ ਹੁੰਦੀ ਹੈ ਕਿ ਇਹ ਬੱਚੇ ਦਾ ਬੇਸ ਬਣ ਰਿਹਾ ਹੈ। ਅਗਰ ਹੁਣ ਤੋਂ ਸਟਾਰਟਿੰਗ ਵਿੱਚ ਸੰਸਕਾਰਾਂ ਦਾ ਬੇਸ ਬਣ ਜਾਏਗਾ, ਗੁਣਾਂ ਦਾ, ਤੇ ਫਿਰ ਸਾਡਾ ਬੱਚਾ ਹਰ ਇੱਕ ਮੁਸੀਬਤ ਦਾ ਸਾਹਮਣਾ ਕਰ ਸਕਦਾ ਹੈ। ਤੇ ਇਹ 100% ਗਰੰਟੀ ਹੈ ਕਿ ਅਸੀਂ ਜਦੋਂ ਬਜ਼ੁਰਗ ਹੋ ਜਾਣਾ ਹੈ ਤੇ ਸਾਡੇ ਬੱਚਿਆਂ ਨੇ ਸਾਡਾ ਜ਼ਰੂਰ ਧਿਆਨ ਰੱਖਣਾ ਹੈ। ਤੇ ਸਾਧ ਸੰਗਤ ਜੀ ਬਹੁਤ ਉਮੀਦ ਕਰਦੇ ਹਾਂ ਕਿ ਸਭ ਸੰਗਤ ਨੂੰ ਇਹ ਗੱਲ ਸਮਝ ਆਈ ਹੋਵੇ ਤੇ ਆਪਣੇ ਬੱਚਿਆਂ ਦਾ ਧਿਆਨ ਰੱਖੋ ਤੁਸੀਂ, ਤੇ ਨਾਲ ਆਪਣਾ ਵੀ ਰੱਖੋ ਖੁਦ ਦਾ। ਤੇ ਸਾਧ ਸੰਗਤ ਜੀ ਹੁਣ ਸਤਸੰਗ ਦੀ ਸਮਾਪਤੀ ਕਰਦੇ ਹਾਂ ਤੇ ਸਭ ਸੰਗਤ ਨੂੰ ਨਾਲੇ
ਸਾਧ ਸੰਗਤ ਜੀ, ਅਗਰ ਤੁਸੀਂ ਗੁਰਬਾਣੀ ਔਰ ਸ਼ਬਦ ਦੇ ਨਾਲ, ਸਤਸੰਗ ਦੇ ਨਾਲ ਜੁੜੇ ਰਹਿਣਾ ਚਾਹੁੰਦੇ ਹੋ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ, ਤੇ ਜਿਸ ਨਾਲ ਤੁਹਾਨੂੰ ਹਰ ਵੀਡੀਓ ਸ਼ਬਦ ਕੀਰਤਨ ਦੇ ਬਾਰੇ ਤੁਹਾਡੇ ਕੋਲ ਵੀਡੀਓ ਸਤਸੰਗ ਦੀ ਪਹੁੰਚਦੀ ਰਹੇ। ਠੀਕ ਹੈ ਸਾਧ ਸੰਗਤ ਜੀ, ਤੇ ਆਪਣਾ ਸਭ ਦਾ ਤੁਸੀਂ ਧਿਆਨ ਰੱਖਣਾ, ਤੇ ਸਭ ਸੰਗਤਾਂ ਨੂੰ ਜੈ ਠਾਕਰਾ ਜੀ ਕੀ। ਜੇਕਰ ਸਹੀ ਲੋਕਾਂ ਦਾ ਬੋਲੋ ਸੱਚੇ ਦਰਬਾਰ ਕੀ ਜੈ।